उस्तुत निंदया नाहि जे कंचन लो समान। कहो नानक सुन रे मना मुक्त ताहे तह जान। उस्तुत निंदया नाहि जे कंचन लो समान। कहो नानक सुन रे मना मुक्त ताहे तह जान। वाहिगुरु जी का खालसा, वाहिगुरु जी की फतेह। गुरु प्यारी साध संगत जीओ, ਸ਼ਲੋਕ 12 ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤਿਸ ਲੜੀ ਦੇ ਤਹਿਤ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 14 ਨੰਬਰ ਸ਼ਲੋਕ, ਜਿਸ ਦਾ ਪਾਠ ਆਪਾਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। ਇਹ ਪਾਵਨ ਸ਼ਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1427 ਦੇ ਉੱਪਰ ਸੁਭਾਈਮਾਨ ਹੈ। ਸਤਿਗੁਰੂ ਜੀ ਨੇ ਇਸ ਪਾਵਨ ਸ਼ਲੋਕ ਵਿੱਚ ਮੁਕਤੀ ਦੀ ਗੱਲ ਕੀਤੀ ਹੈ ਤੇ ਇਹ ਮੁਕਤੀ ਮਰਨ ਤੋਂ ਬਾਅਦ ਨਹੀਂ ਹੈ, ਇਹ ਮੁਕਤੀ ਜਿਉਂਦੇ ਜੀ ਹੈ। ਸਤਿਗੁਰੂ ਜੀ ਨੇ ਜਦੋਂ ਮੁਕਤੀ ਦੀ ਡੈਫੀਨੇਸ਼ਨ ਪਰਿਭਾਸ਼ਾ ਗੁਰਬਾਣੀ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ, ਮੁਕਤੀ ਤੋਂ ਪਹਿਲਾਂ ਅਸੀਂ ਇਹ ਜਾਣਨਾ ਹੈ ਕਿ ਸਾਨੂੰ ਬੰਨਿਆ ਕਿਹਨੇ ਹੋਇਆ। ਇਲਾਜ ਤੋਂ ਪਹਿਲਾਂ ਅਸੀਂ ਇਹ ਵੇਖਣਾ ਹੈ ਕਿ ਬਿਮਾਰੀ ਹੈ ਕੀ, ਰੋਗ ਕੀ ਹੈ। ਜਿਵੇਂ ਸਿਆਣਾ ਵੈਦ, ਸਿਆਣਾ ਡਾਕਟਰ ਇਲਾਜ ਕਰਨ ਤੋਂ ਪਹਿਲਾਂ ਉਸ ਬਿਮਾਰੀ ਦੀ ਜੜ੍ਹ ਤੱਕ ਜਾਂਦਾ ਹੈ ਕਿ ਇਹ ਬਿਮਾਰੀ ਮੁੱਢ ਤੋਂ ਖਤਮ ਕਰਨੀ ਹੈ। ਮੈਂ ਸਿਰਫ ਵਕਤੀ ਤੌਰ 'ਤੇ ਦਰਦ ਠੀਕ ਨਹੀਂ ਕਰਨੀ, ਇਹ ਵੇਖਣਾ ਹੈ ਕਿ ਇਸ ਦਰਦ ਦਾ ਕਾਰਨ ਕੀ ਹੈ। ਸੇਮ ਗੁਰੂ ਸਾਹਿਬ ਸੁਚੱਜੇ ਵੈਦ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕੱਟੈ ਜਮ ਕੀ ਫੰਦਾ। ਗੁਰੂ ਸਾਹਿਬ ਉਸ ਵੈਦ ਦੀ ਨਿਆਈ ਨੇ ਸਾਨੂੰ ਉਹ ਦਵਾਈ, ਉਹ ਮੈਡੀਸਨ, ਉਹ ਇਲਾਜ ਕਰਦੇ ਨੇ ਜਿਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਵਿੱਚ ਜਿਸ ਬਿਮਾਰੀ ਨਾਲ ਜੂਝ ਰਹੇ ਹਾਂ ਉਹਦੇ ਤੋਂ ਸਦਾ ਲਈ ਸਾਡਾ ਖਹਿੜਾ ਛੁੱਟ ਜਾਏ। ਹੁਣ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਲੋਕ ਵਿੱਚ ਜਿਹੜੇ ਬਚਨ ਕੀਤੇ ਨੇ, ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ। ਹੁਣ ਧਿਆਨ ਨਾਲ ਸੁਣਿਓ। ਹੁਣ ਜੇ ਆਪਾਂ ਜਿਹੜੇ ਕਹਿੰਦੇ ਨੇ ਸਾਨੂੰ ਸ਼ਬਦਾਂ ਦੇ ਅਰਥ ਕਰਨ ਦੀ ਲੋੜ ਨਹੀਂ, ਸਿਰਫ ਪਾਠ ਕਰ ਲਓ, ਅਰਥ ਵਿਚਾਰਨ ਦੀ ਜ਼ਰੂਰਤ ਨਹੀਂ। ਹੁਣ ਤੁਹਾਡੇ ਸਾਹਮਣੇ ਮੈਂ ਸ਼ਲੋਕ ਦਾ ਪਾਠ ਕਰਦਾ। ਜੇ ਆਪਾਂ ਇਹਨੂੰ ਸਿੱਧੇ ਤੌਰ 'ਤੇ ਪੜ੍ਹੀਏ ਤਾਂ ਬਣਦਾ ਉਸਤਤ ਨਿੰਦਿਆ ਨਾਹੀਂ ਜੇ। ਜਿਹਦੇ ਮਨ ਉੱਤੇ ਕੋਈ ਉਸਤਤ ਦਾ ਅਸਰ ਨਹੀਂ, ਕੋਈ ਨਿੰਦਿਆ ਦਾ ਅਸਰ ਨਹੀਂ, ਤੇ ਕੰਚਨ ਲੋਹ ਸਮਾਨ, ਜਿਹੜਾ ਸੋਨੇ ਨੂੰ ਲੋਹੇ ਤੇ ਲੋਹੇ ਨੂੰ ਸੋਨੇ ਸਮਾਨ ਸਮਝਦਾ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੇ ਜਨ। ਹੇ ਨਾਨਕ ਆਖ, ਇਹੋ ਜਿਹੇ ਵਿਅਕਤੀ ਨੂੰ ਤੁਸੀਂ ਮੰਨੋ ਵੀ ਉਹ ਮੁਕਤ ਹੋ ਗਿਆ। ਕੀ ਮੁਕਤੀ ਦੀ ਡੈਫੀਨੇਸ਼ਨ ਇੰਨੀ ਹੈ ਕਿ ਤੁਹਾਡੇ ਸਾਹਮਣੇ ਲੋਹੇ ਦਾ ਕੋਈ ਸੰਗਲ ਪਿਆ ਹੋਵੇ ਤੇ ਤੁਸੀਂ ਉਹਨੂੰ ਆਣ ਕੇ ਕਹੋ ਇਹ ਤਾਂ ਸੋਨੇ ਦੇ ਸਮਾਨ ਹੈ, ਤੇ ਕਿਤੇ ਸੋਨੇ ਦਾ ਕੜਾ ਪਿਆ ਹੋਵੇ ਤੁਸੀਂ ਇਹਨੂੰ ਕਹੋ ਜੀ ਇਹ ਲੋਹੇ ਦੇ ਸਮਾਨ ਹੈ। ਕੋਈ ਲੋਹੇ ਨੂੰ ਸੋਨਾ ਕਵੇ ਤੇ ਸੋਨੇ ਨੂੰ ਲੋਹਾ ਕਵੇ। ਇਮਾਨਦਾਰੀ ਨਾਲ ਘਰਾਂ 'ਚ ਬੈਠੇ ਸੋਚਿਓ, ਸਮਾਜ ਦੇ ਲੋਕ ਉਹਨੂੰ ਪਾਗਲ ਕਹਿਣਗੇ ਕਿੱਡਾ ਪਾਗਲ ਹੈ ਵੀ, ਇਹਨੂੰ ਇਹ ਨਹੀਂ ਪਤਾ ਵੀ ਸੋਨਾ ਕਿੰਨਾ ਮਹਿੰਗਾ ਹੈ ਤੇ ਲੋਹਾ। ਥੋੜ੍ਹੇ ਜਿਹੇ ਸੋਨੇ ਦਾ ਕਿੰਨਾ ਲੋਹਾ ਆ ਸਕਦਾ ਹੈ, ਇਹ ਬੰਦਾ ਅੰਦਾਜ਼ਾ ਲਾ ਸਕਦਾ। ਜੇ ਈਵਨ ਇੱਥੋਂ ਤੱਕ ਆਪਾਂ ਗੱਲ ਕਹਿ ਲਈਏ ਕਿ ਸੋਨਾ ਤੁਹਾਡੀ ਮੁੱਠ 'ਚ ਆ ਸਕਦਾ ਅਤੇ ਉਹ ਸੋਨਾ ਵੇਚ ਕੇ ਤੁਸੀਂ ਟਰੱਕ ਲੋਹੇ ਦਾ ਖਰੀਦ ਸਕਦੇ ਹੋ। ਲੋਹਾ ਤਾਂ ਤੁਹਾਡੇ ਮੁੱਠੀ ਵਿੱਚ ਨਹੀਂ ਨਾ ਆ ਸਕਦਾ। ਤੁਸੀਂ ਸਰੀਏ ਦਾ ਟਰੱਕ ਲੈ ਕੇ ਆਉਣਾ ਹੋਵੇ ਤਾਂ ਤੁਹਾਨੂੰ ਸੋਨਾ ਵੀ ਉਨਾ ਹੀ ਚਾਹੀਦਾ। ਅਤੇ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਕੰਚਨ ਲੋਹ ਸਮਾਨ, ਲੋਹੇ ਨੂੰ ਅਤੇ ਸੋਨੇ ਨੂੰ ਉਹ ਬਰਾਬਰ ਸਮਝੇ। ਅਤੇ ਸਮਾਜ ਵਿੱਚ ਭਲਾ ਇਹ ਗੱਲ ਖਰੀ ਉਤਰਦੀ ਹੈ ਸਮਾਜ ਦੀ ਕਸੌਟੀ 'ਤੇ? ਕੀ ਲੋਕ ਇਹੋ ਜਿਹੇ ਬੰਦੇ ਨੂੰ ਸਿਆਣਾ ਕਹਿਣਗੇ ਵੀ ਜਿਹੜਾ ਲੋਹੇ ਨੂੰ ਸੋਨੇ ਦੇ ਬਰਾਬਰ ਅਤੇ ਸੋਨੇ ਨੂੰ ਲੋਹੇ ਦੇ ਬਰਾਬਰ ਸਮਝੇ? ਸੋਨਾ ਤਾਂ ਥੋੜ੍ਹਾ ਜਿਹਾ ਵੀ ਘਰ 'ਚ ਪਿਆ ਹੋਵੇ ਨਾ, ਉਹਨੂੰ ਸਾਂਭ ਰੱਖੀਦਾ। ਪਹਿਲੀ ਗੱਲ ਤਾਂ ਅਜੋਕੇ ਸਮੇਂ ਜਿਹੜੇ ਹਾਲਾਤ ਬਣੇ ਨੇ, ਕੋਈ ਥੋੜ੍ਹਾ ਬਹੁਤਾ ਵੀ ਸੋਨਾ ਆਪਣੇ ਘਰ ਰੱਖਣ ਨੂੰ ਤਿਆਰ ਨਹੀਂ। ਲੋਕਰ ਬਣੇ ਹੋਏ ਨੇ, ਲੋਕ ਬੈਂਕਾਂ ਜਾ ਕੇ ਜਮ੍ਹਾਂ ਕਰਾ ਦਿੰਦੇ ਨੇ।
किसी सुनियारे को रख देंगे ने, किदां अपने अपने तरीके ने। पर कोई अपने घर नहीं रखता भी जे घर च कोई डाका भी पै गया, कोई नुकसान भी हो गया, तो कम से कम मेरा जिहड़ा बाहर पिया समान वो तो बच जाएगा ना। अब बैंकों के लिए बनी है, क्यों लोग थोड़ा बहुता वरतन जोगा पैसा अजकल तो वह भी नहीं रखते। क्रैडिट कार्ड है, ATM है बंदे दे कोल, तुरया तुरया जाता बंदा हज़ारां लखां की शॉपिंग कर जाता है। आए दिन तो नवीं तो नवीं बैंक ऑफर कर रही, जे तुहाडा नहीं भी अकाउंट हैगा वो भी कहते साढ़े को क्रैडिट कार्ड चुको जी। मतलब इसका अर्थ ये है कि गुरु साहब सानू जिस एंगल तो समझाना चाहते हैं, जे असीं अपनी सोच का विकास ना किया, असीं किदां गल नूं समझ पावांगे। विवेक दीवा जिहड़ा धुंधला हो गया साडा, इहनूं असीं किदां सोहना बनाउणा, किदां असीं रोशनी करनी अपने इस ब्रेन विच, किदां असीं समझना, ये बहुत जरूरी है। जिहड़े कहंदे जी बस तुसीं इकल्ले पाठ अर्थ भाव विचारन की जरूरत ही नहीं सानूं। गुरु साहब जी ने जिन्नी सियाणी गल कीती है उन्होंने समझने वास्ते कुछ ना कुछ तो सियाणप अपनी जिंदगी च लैके आईए। असीं हुण जो टीचर पढ़ाउंदा है, टीचर की उन्नी सियाणी गल नूं स्टूडेंट भी तो कम से कम थोड़ा बहुता तो अपना ब्रेन वो लागे लैके जाता भी मैं गल समझ पावां। हुण ये गल मैं तुहाडे सामने प्रैक्टिकल रख दी। हुण तुहाडी उस्तत हो रही होवे तो उस्तत बंदे नूं चंगी लगदी है कि नहीं लगदी। चलो आपां निंदिया बारे तो कहांगे भी निंदिया बंदे नूं चंगी नहीं लगदी। जिवें आपां इस तों पहले सलोक च कहा सी भी बंदे दे सुख दुख जे परसे नहीं, भी सुख तो दुख बंदे दे मन नूं स्पर्श ना करे, माने तो अछोह रवे, तो लोभ मोह अभिमान तो मन बचा के रखे। कहो नानक सो रे मना सो मूरत भगवान, वो समझ लो साक्षात रब का रूप है। चलो आप ये मन्निया भी दुख के विच बंदा अडोल रह सकता, भी मन तक ये दुख वाली खबर नूं जान देवे, चढ़दी कला च रहे। पर सुख बंदे नूं कोई सुख की खबर मिले वो तो मन खेड़े च आउणा चाहीदा ना, खुशी तो आनी चाहिए। खुशी वास्ते बाणी बार बार कहती है सानूं। ये आपां 13 नंबर सलोक च विचारिया। हुण 14 नंबर सलोक च भी गल वो कर रहे भी उस्तत निंदिया ना है जी। चलो निंदिया बारे तो कहता भी कोई तुहाडे बारे निंदिया करदा, तुसीं कोई करी जा, लोकां दा तां काम ही इहो। पर तुहाडी कोई वडियाई करे, तुहाडी कोई शोभा करे, ये तो बंदे नूं चंगा लगदा ना भी यार जे मैं इहदे लायक हैगा तो कोई गल नहीं। हुण इत्थे शब्द उस्तत निंदिया ना है जे, इत्थे किहड़ी उस्तत ते किहड़े लोहे ते सोने की गल हो रही है इत्थे, आ समझना बहुत जरूरी है। ध्यान नाल सुणिओ। हुण एक बन्ने गुरु साहब ने बाणी च आख्या उस्तत मन में कर निरंकार, तू निरंकार की उस्तत कर, वडियाई कर, उसकी महिमा कर। उस्तत मन में कर निरंकार, तू महिमा कर, वडियाई कर। जिथे गुरु साहब जी ने उस परमेश्वर की उस्तत करने बारे कहा ना, उत्थे गुरु साहब ने अपने जीवन काल दे विच भगत साहबाना की उस्तत भी की है, वडियाई की है। किदां कीती है? गोबिंद 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 संग नाम दिओ मन लीना, आड़ दाम को शीपरो होयो लाखीना। ये उस्तत नहीं है भी अद्धी कौडी का अज लखां का हो गया। जिवें आप किसी बंदे बारे कहिए यार कल बंदे को साइकिल बनी सी, अज किड्डी वड्डी गड्डी लई फिरदा, ये उस्तत ही है ना। तुसीं उहदी वडियाई कर रहे हो भी भाई बंदे च कोल गुण हैगे ने। आड़ दाम को शीपरो होयो लाखीना, बुनना तरना त्याग कै प्रीत चरण कबीरा, नीच कुला जो लहरा भयो गुणी गहीरा। अज गुणा का खजाना बन गया। रविदास ढवंता ढोर नीत, तिन त्यागी माया, प्रगट हुआ साध संग हर दर्शन पाया। सैन नाई बुतकारिया चौथे थां ते, वो घर घर सुनिया। ये उस्तत नहीं है? जिहड़ा कल तक बुतियां करता सी लोगों के विआहां शादियां ते, किसी घर कोई डेथ हो गई उसका सुनेहा देन जाता सी, अज घर घर उसकी वडियाई हो रही है। वो घर घर सुनिया। हिरदे वसिया पार ब्रह्म भगतां मैं गिणिया, ये बिध सुन के जाट रोठ, भगती लागा मिले प्रतख गसाइयां धना वड भागा। की ये वडियाई नहीं है? इत्थे पातशाह जी कहते उस्तत निंदिया ना ही जे, जिन्हों कोई उस्तत नहीं है, जिते कोई निंदिया नहीं है, जिन्हें अपने मन नूं इत्थों बचा के रखा। कंचन लोह समान, जिहड़ा कंचन ते सोने नूं ते लोहे नूं बराबर समझदा, कहो नानक सुन रे मना मुकत ताहें तैं जान, वो बंदा मुकत है। फिर गुरु साहब तो उस्तत कर रहे हैं। फिर किहड़ी उस्तत है जिथों अपने आप को बचा के रखना? हुण ध्यान नाल सुणिओ। एक हुंदी है सच्ची फुल नूं फुल कहना, ये तुसीं उस्तत नहीं कर रहे, ये उहदे जिहड़े गुण वा ना उहदी तारीफ कर रहे हो। ये कोई फोकी उस्तत नहीं है, वो उस्तत दे लायक है
ਕਿਉਂਕਿ ਉਹ 'ਚ ਸੁਗੰਧੀ ਵਾਕਿਆ ਆ ਰਹੀ ਹੈ। ਪਰ ਤੁਸੀਂ ਕੰਡੇ ਨੂੰ ਫੁੱਲ ਕਹਿ ਰਹੇ ਹੋ, ਇਹ ਫੋਕੀ ਉਸਤਤ ਹੈ, ਇਹ ਫੋਕੀ ਵਡੇ, ਇਹ ਦੁਨੀਆ ਨਾਲ ਸਲਾਹ ਵਾ ਜੋ ਮਰਵੰਜ ਸੀ, ਲੋਕਾਂ ਨਾਲ ਸਲਾਹ ਜੋ ਮਰ ਖਾਕ ਸੀ। ਇੱਕ ਚਿੱਤਾ ਰੱਖਿਓ, ਫੁੱਲ ਨੂੰ ਕੰਡਾ ਕਹਿਣਾ ਇਹ ਨਿੰਦਿਆ ਹੈ, ਅਤੇ ਕੰਡੇ ਨੂੰ ਫੁੱਲ ਕਹਿਣਾ ਇਹ ਫੋਕੀ ਉਸਤਤ ਹੈ। ਇਹਨਾਂ ਦੋਨਾਂ ਤੋਂ ਆਪਣੇ ਆਪ ਨੂੰ ਆਪਣੀ ਜ਼ਿੰਦਗੀ 'ਚ ਬਚਾ ਕੇ ਰੱਖਣਾ ਹੈ। ਵਕਾਰਾਂ ਨੂੰ ਅਸੀਂ ਇਹ ਕਹੀਏ 'ਚੋਂ ਸੁੱਖ ਮਿਲਦਾ ਹੈ, ਵਕਾਰਾਂ 'ਚੋਂ ਕਹੀਏ ਅਸੀਂ ਸੁੱਖ ਮਿਲਦਾ ਹੈ, ਇਹ ਉਸਤਤ ਹੈ, ਫੋਕੀ ਉਸਤਤ। ਅਤੇ ਜਿਹੜੇ ਗੁਣ ਵਾ ਜਿਨ੍ਹਾਂ 'ਚੋਂ ਸਾਨੂੰ ਸੁੱਖ ਮਿਲਦਾ, ਸਤ, ਸੰਤੋਖ, ਦਇਆ, ਧਰਮ, ਤੇਜ, ਇਹਨਾਂ ਗੁਣਾਂ ਨਾਲ ਜ਼ਿੰਦਗੀ ਜੂ ਕੇ ਮਨੁੱਖ ਵਧੀਆ ਬਣਦਾ। ਅਤੇ ਆਪਾਂ ਕਹੀਏ ਨਹੀਂ ਭਾਈ ਜੇ ਇਹ ਗੁਣ ਧਾਰਨ ਕਰ ਗਏ ਜ਼ਿੰਦਗੀ ਵਧੀਆ ਨਹੀਂ ਬਣਨੀ, ਸਮਝ ਲਓ ਅਸੀਂ ਫੁੱਲ ਨੂੰ ਕੰਡਾ ਕਹਿ ਰਹੇ ਹਾਂ। ਅਸੀਂ ਆਪਣੇ ਮਿੱਤਰਾਂ ਦੀ ਬਦਨਾਮੀ ਕਰ ਰਹੇ ਹਾਂ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਉਸਤਤ ਨਿੰਦਿਆ ਨਾਹੀਂ ਜੇ। ਜਿਸ ਬੰਦੇ ਨੇ ਹੁਣ ਉਸਤਤ ਨਿੰਦਿਆ ਨਾ ਜਾਣੀ ਕਿ ਉਸਤਤ ਨਿੰਦਿਆ ਉਹਦੇ ਕੋਲ ਹੈ ਹੀ ਨਹੀਂ, ਇੱਦਾਂ ਕਹਿ ਲਈਏ ਆਪਾਂ, ਉਸਤਤ ਨਿੰਦਿਆ ਨਾਹੀਂ ਜੇ ਨਹੀਂ ਹੈਗੀ ਉਹਦੇ ਕੋਲ। ਜਿਸ ਮਨੁੱਖ ਦੇ ਕੋਲ ਕਿਹੜੀ ਉਸਤਤ ਨਿੰਦਿਆ, ਜਾਨੀ ਕਿ ਨਾ ਤੇ ਉਹ ਕੋਲੋਂ ਗੱਲ ਬਣਾ ਕੇ ਕਿਸੇ ਨੂੰ ਬਦਨਾਮ ਕਰਦਾ ਹੈ, ਕੋਲੋਂ ਗੱਲ ਬਣਾ ਕੇ ਕਿਸੇ ਨੂੰ ਬਦਨਾਮ ਕਰਦਾ, ਅਤੇ ਨਾ ਕੋਲੋਂ ਗੱਲ ਬਣਾ ਕੇ ਕਿਸੇ ਦੀ ਝੂਠੀ ਵਡਿਆਈ ਕਰਦਾ। ਉਹਦੀ ਵਡਿਆਈ ਕਰਦਾ ਜਿਹੜਾ ਵਡਿਆਈ ਕਰਨ ਯੋਗ ਹੈ, ਉਹ ਭਾਵੇਂ ਕੋਈ ਵੀ ਹੋਵੇ, ਭਾਵੇਂ ਉਹਦੇ ਨਾਲ ਕੋਈ ਉਹਦਾ ਰਿਸ਼ਤਾ ਦੂਰ ਦਾ ਵੀ ਨਾ ਹੋਵੇ, ਤਾਂ ਵੀ ਕਹਿੰਦਾ ਨਹੀਂ ਭਾਈ ਇਹ ਉਹ 'ਚ ਗੁਣ ਕੁਆਲਿਟੀ ਹੈਗੀ ਆ। ਕਈ ਵੇਖਦੇ ਹਾਂ ਆਪਾਂ ਰਾਜਨੀਤਿਕ ਧੜਿਆਂ ਵਿੱਚ ਵੀ ਇੱਦਾਂ ਦੇ ਬੰਦੇ ਹੁੰਦੇ ਆ, ਉਹ ਕਹਿੰਦੇ ਭਾਵੇਂ ਸਾਡੇ ਧੜੇ ਦਾ ਨਹੀਂ ਹੈਗਾ ਪਰ ਇਹ ਉਹ 'ਚ ਗੁਣ ਵੇਖਿਆ ਆਪਾਂ। ਵੈਸੇ ਇਨਸਾਨ ਨੂੰ ਜ਼ਿੰਦਗੀ ਵੀ ਇੱਦਾਂ ਦੀ ਜਿਉਣੀ ਚਾਹੀਦੀ ਵੀ ਜਦੋਂ ਤੁਸੀਂ ਫੱਟੇ 'ਤੇ ਲੰਮੇ ਪੈ ਜਾਓ ਨਾ, ਤੁਹਾਨੂੰ ਕੋਈ ਸ਼ਮਸ਼ਾਨ ਭੂਮੀ ਨੂੰ ਲੈ ਕੇ ਜਾਂਦਾ ਹੋਵੇ, ਕਮ ਸੇ ਕਮ ਇਹ ਤੇ ਬੰਦਾ ਕੱਲ ਕਹਿਣ ਜੋਗਾ ਹੋਵੇ ਕਿ ਭਾਵੇਂ ਸਾਡੀ ਪਾਰਟੀ ਦਾ ਨਹੀਂ ਸੀ ਹੈਗਾ ਪਰ ਇਹ ਉਹ 'ਚ ਗੁਣ ਹੈਗਾ ਸੀ। ਦੇਖੋ ਸਿਆਸੀ ਤੌਰ 'ਤੇ ਸਾਡੇ ਧੜੇ ਦਾ ਨਹੀਂ ਸੀ, ਪਰ ਇਹ ਕੁਆਲਿਟੀ ਸੀ ਕਿ ਬੰਦਾ ਹਰ ਇੱਕ ਦੇ ਨਾਲ ਤੁਰ ਪੈਂਦਾ ਸੀ। ਕਈ ਬੰਦੇ ਤੁਸੀਂ ਆਪਣੀ ਜ਼ਿੰਦਗੀ 'ਚ ਇੱਦਾਂ ਦੇ ਚਿਹਰੇ ਵੇਖੇ ਹੋਣੇ ਨੇ ਵੀ ਉਹ ਧੜਿਆਂ ਤੋਂ ਉੱਪਰ ਉੱਠ ਕੇ ਹਰ ਇੱਕ ਦੇ ਨਾਲ ਖਲੋਂਦੇ ਆ। ਉਹ ਕਹਿੰਦੇ ਨਹੀਂ ਯਾਰ ਆਪਾਂ ਵੇਖੋ ਇਹ ਫਰਜ਼ ਬਣਦਾ ਸਾਡਾ ਪਹਿਲ ਦੇ ਆਧਾਰ 'ਤੇ ਇਨਸਾਨੀਅਤ ਆ ਨਾ, ਸਾਨੂੰ ਹਰ ਇੱਕ ਦੇ ਨਾਲ ਖਲੋਣਾ ਚਾਹੀਦਾ। ਅਸੀਂ ਇੱਥੇ ਉੱਪਰ ਉੱਠ ਕੇ ਧੜਿਆਂ ਤੋਂ ਸਮਾਜ ਦੇ ਵਿੱਚ ਇਹ ਜ਼ਿੰਦਗੀ ਜਿਉਣ ਦਾ ਤਰੀਕਾ ਗੁਰੂ ਪਾਤਸ਼ਾਹ ਦੀ ਵਿਚਾਰ ਬਾਣੀ 'ਚੋਂ ਸਿੱਖਣ ਦਾ ਅਸੀਂ ਯਤਨ ਕਰਨਾ। ਹੁਣ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋਹ ਸਮਾਨ। ਹੁਣ ਕੀ ਸੋਨਾ ਅਤੇ ਲੋਹਾ ਇਹਨੂੰ ਬਰਾਬਰ ਕਦੀ ਸਮਝਿਆ ਜਾ ਸਕਦਾ? ਮੰਨ ਲਓ ਵੀ ਕੋਈ ਬੰਦਾ ਨੂੰ ਬਰਾਬਰ ਸਮਝੇ ਅਤੇ ਆਪਾਂ ਨੂੰ ਕਹੀਏ ਤੇ ਮੁਕਤ ਹੋ ਗਿਆ ਭਾਈ, ਦੁਨੀਆ ਚੱਲ ਸਕਦੀ ਹੈ ਪਰ ਸੋਨਾ ਤਾਂ ਸੋਨਾ ਰਹਿਣਾ, ਲੋਹਾ ਲੋਹਾ ਰਹਿਣਾ। ਲੋਹੇ ਦਾ ਤਾਂ ਸੰਗਲ ਬਾਹਰ ਵਿਹੜੇ 'ਚ ਪਿਆ ਰਹਿੰਦਾ, ਕਈ ਵਾਰੀ ਲੋਹੇ ਦਾ ਸੁਹਾਗਾ ਬਣਿਆ ਹੁੰਦਾ ਖੇਤਾਂ 'ਚ ਪਿਆ ਰਹਿੰਦਾ, ਕਈਆਂ ਪਈਆਂ ਰਹਿੰਦੀਆਂ, ਦਾਤੀਆਂ ਪਈਆਂ ਰਹਿੰਦੀਆਂ ਨੇ। ਲੋਹਾ ਕਿੰਨਾ ਉੱਦਾਂ ਹੀ ਬਾਹਰ ਪਿਆ, ਸੋਨਾ ਕੋ ਛੱਡਦਾ ਇੱਦਾਂ ਬਾਹਰ? ਸੋਚ ਕੇ ਵੇਖੋ, ਸੋਨੇ ਨੂੰ ਤਾਂ ਕੈਮਰੇ ਲਾਏ ਜਾਂਦੇ ਵੀ ਕੋਈ ਚੋਰੀ ਨਾ ਕਰਕੇ ਲੈ ਜਾਏ, ਅਤੇ ਆਪਾਂ ਇੱਥੇ ਗੁਰੂ ਸਾਹਿਬ ਦੇ ਬਰਾਬਰ ਸਮਝੇ ਇਹਨੂੰ, ਹੋ ਸਕਦਾ? ਕੰਚਨ ਲੋਹ ਸਮਾਨ, ਗੱਲ ਸਮਝਣ ਦੀ ਲੋੜ ਇੱਥੇ ਗੱਲ ਹੋ ਰਹੀ ਹੈ ਕੰਚਨ ਨੂੰ ਕੰਚਨ ਸਮਾਨ ਅਤੇ ਲੋਹੇ ਨੂੰ ਲੋਹੇ ਸਮਾਨ ਜਿਹੜਾ ਸਮਝਦਾ, ਜਿਹਨੂੰ ਇੰਨੀ ਸਮਝ ਹੈਗੀ ਵੀ ਲੋਹਾ ਲੋਹਾ ਵਾ ਅਤੇ ਸੋਨਾ ਸੋਨਾ ਵਾ, ਗੁਣ ਗੁਣ ਵਾ ਅਤੇ ਔਗਣ ਔਗਣ ਆ, ਚੰਗਿਆਈ ਚੰਗਿਆਈ ਆ ਅਤੇ ਬੁਰਿਆਈ ਬੁਰਿਆਈ ਆ। ਜਿਹਨੂੰ ਇਹ ਚੀਜ਼ ਦਾ ਪਤਾ ਉਹਨੂੰ ਸਿਆਣਾ ਕਹਾਂਗੇ ਨਾ, ਪਰ ਜਿਹਨੂੰ ਇਹ ਪਤਾ ਸੀ ਵੀ ਚੰਗੀ ਚੀਜ਼ ਚੰਗੀ ਆ ਅਤੇ ਮਾੜੀ ਚੀਜ਼ ਮਾੜੀ ਆ, ਬਿਖ ਬੇਖਾ ਅਤੇ ਅੰਮ੍ਰਿਤ ਅੰਮ੍ਰਿਤ ਹੀ ਆ। ਅਤੇ ਜਿਹੜਾ ਕਹੇ ਬਿਖ ਅੰਮ੍ਰਿਤ ਬਰਾਬਰ ਸਮਝਦਾ ਉਹਨੂੰ ਤੁਸੀਂ ਸਿਆਣਾ ਮੰਨੋਗੇ? ਫਿਰ ਸਮਾਜ ਦੇ ਲੋਕ ਤੈਨੂੰ ਕਮਲਾ ਕਹਿਣਗੇ ਵੀ ਯਾਰ ਬੌਰਾ ਨਹੀਂ, ਤੂੰ ਕਮਲਾ ਨਹੀਂ, ਤੈਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ, ਤੂੰ ਜ਼ਹਿਰ ਨੂੰ ਹੀ ਅੰਮ੍ਰਿਤ ਕਹੀ ਜਾਂਦਾ। ਜ਼ਹਿਰ ਨੂੰ ਜ਼ਹਿਰ ਸਮਾਨ ਅਤੇ ਅੰਮ੍ਰਿਤ ਨੂੰ ਅੰਮ੍ਰਿਤ ਸਮਾਨ ਸਮਝਣਾ, ਵੀ ਜ਼ਹਿਰ ਜ਼ਹਿਰ ਹੈ, ਅੰਮ੍ਰਿਤ ਅੰਮ੍ਰਿਤ ਹੈ, ਚੰਗਿਆਈ ਚੰਗਿਆਈ ਆ, ਬੁਰਿਆਈ ਬੁਰਿਆਈ ਆ। ਕੰਚਨ ਲੋਹ ਸਮਾਨ ਜਾਨੀ ਕਿ ਕੰਚਨ ਨੂੰ ਕੰਚਨ ਸਮਾਨ, ਵੀ ਜਾਨੀ ਕਿ ਸੋਨਾ ਸੋਨਾ ਵਾ। ਸੋਨਾ ਕੀ ਆ? ਪਰਮੇਸ਼ਰ ਦੀ ਜਿਹੜੀ ਵਡਿਆਈ ਕਰਨੀ ਆ। ਜੇ ਕੋਈ ਬੰਦਾ ਵਾਕਿਆ ਗੁਣਾਂ ਦਾ ਮਾਲਕ ਹੈਗਾ, ਉਹਦੀ ਵਡਿਆਈ ਕਰਨੀ ਹੈ, ਸੋਨਾ ਵਾ ਸੋਨਾ ਵਾ, ਅਤੇ ਲੋਹਾ 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 ਵਾ। ਭਾਵ ਜੇ ਕੋਈ ਬੁਰਾ ਕੰਮ ਕਰਦਾ, ਜੇ ਕੋਈ ਸੱਚ ਦੀ ਵਿਚਾਰ ਤੋਂ ਕੋਹਾਂ ਦੂਰ ਹੋਆ, ਜਿਹੜਾ ਕੋਈ ਔਗੁਣਾਂ ਨਾਲ ਭਰਿਆ ਪਿਆ, ਲੋਹਾ ਲੋਹਾ ਲਾ ਲਓ ਤੁਸੀਂ, ਜਿਵੇਂ ਇੱਥੇ ਨਿੰਦਿਆ ਸ਼ਬਦ ਕਹਿ ਦਿੱਤਾ। ਹੁਣ ਇੱਕ ਪਾਸੇ ਗੁਰੂ ਸਾਹਿਬ ਇੱਥੇ ਨਿੰਦਿਆ ਦੀ ਇਹ ਡੈਫੀਨੇਸ਼ਨ ਦੇ ਰਹੇ ਵੀ ਉਸਤਤ ਨਿੰਦਿਆ ਨਾ ਹੈ ਜੇ, ਦੂਜੇ ਬੰਨੇ ਗੁਰੂ ਸਾਹਿਬ ਨਿੰਦੋ ਨਿੰਦੋ, ਭਗਤ ਕਬੀਰ ਜੀ ਕਹਿੰਦੇ ਮੂਕੋ ਲੋਕ ਨਿੰਦੋ, ਯਾਨੀ ਕਿ ਜੇ ਮੇਰੇ 'ਚ ਕੋਈ ਔਗਣ ਆ ਅਤੇ ਵਾਕਿਆ ਮੈਨੂੰ ਉਹ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢਣਾ ਚਾਹੀਦਾ, ਬੁਰਾਈ ਬਾਹਰ ਕੱਢਣੀ ਚਾਹੀਦੀ ਹੈ। ਤਾਂ ਹੀ ਗੁਰੂ ਸਾਹਿਬ ਕਹਿੰਦੇ ਸਮਾਜ ਵਿੱਚ ਤਰੱਕੀ ਜਦੋਂ ਤੁਸੀਂ ਕਰਨੀ ਹੈ ਤਾਂ ਕਮ ਸੇ ਕਮ ਆਪਣਾ ਕੋਈ ਦੋਸਤ ਮਿੱਤਰ ਇੱਦਾਂ ਦਾ ਰੱਖੋ ਜਿਹੜਾ
ਤੁਹਾਡੇ ਵਿੱਚ ਪੈਦਾ ਹੋਈ ਬੁਰਾਈ ਤੋਂ ਟੋਕੇ ਵੀ ਇੱਥੇ ਆ ਚੀਜ਼ ਸੁਧਾਰ ਕਰ ਲਾ, ਤੂੰ ਅੱਗੇ ਵਧ ਜਾਏਗਾ। ਨਹੀਂ ਤਾਂ ਤੁਹਾਡੇ ਇਰਦ ਗਿਰਦ ਇੱਦਾਂ ਦੇ ਬੰਦਿਆਂ ਦੀ ਭੀੜ ਇਕੱਠੀ ਹੋਵੇ, ਤੁਹਾਡੀ ਵਡਿਆਈ ਕਰੀ ਜਾਣ, ਬਸ ਜਾਂ ਬੱਲੇ ਬੱਲੇ ਕਮਾਲ ਕਰਤੀ। ਤੁਸੀਂ ਜ਼ਿੰਦਗੀ 'ਚ ਕਦੀ ਸੁਧਰ ਸਕਦੇ ਹੋ, ਪਤਾ ਕਿਉਂ? ਕਿਉਂਕਿ ਤੁਹਾਡਾ ਕਦੀ ਧਿਆਨ ਨਹੀਂ ਨਾ ਪੈਣਾ। ਹੁਣ ਮੰਨ ਲਓ ਤੁਸੀਂ ਤਿਆਰ ਹੋਏ, ਮੈਂ ਐਗਜ਼ਾਮਪਲ ਦੇਣ ਲੱਗਾ ਬਿਲਕੁਲ ਸਾਦੀ ਤੇ ਸਿੰਪਲ। ਤੁਸੀਂ ਤਿਆਰ ਹੋਏ, ਕੱਪੜੇ ਛੱਪੜੇ ਪਾਏ ਐ, ਪੂਰੇ ਸ਼ੂਟ ਬੂਟ ਐ ਵਧੀਆ ਤਿਆਰ ਹੋਏ ਜੇ ਸਾਰੇ। ਹੁਣ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਤੁਹਾਨੂੰ ਕਹਿਣ ਦੀ ਵੀ ਤੁਹਾਡੀ ਪੱਗ ਤੇ ਮਾੜਾ ਜਿਹਾ ਕੋਈ ਇੱਦਾਂ ਨਾ ਕੋਈ ਕਾਲਾ ਦਾਗ ਜਿਹਾ ਲੱਗਾ, ਜਾਂ ਤੂੰ ਕਮੀਜ਼ ਦੇ 'ਤੇ ਮਾੜਾ ਦਾਗ ਜਿਹਾ ਲੱਗਾ, ਕਿਸੇ ਦੀ ਕਹਿਣ। ਈਵਨ ਇੱਥੋਂ ਤੱਕ ਤੁਸੀਂ ਕਈ ਵਾਰੀ ਖਾਂਦਾ ਨਾ ਬੰਦੇ ਦੇ ਕੋਈ ਚੀਜ਼ ਇੱਥੇ ਲੱਗ ਜਾਂਦੀ ਆ, ਅਤੇ ਆਪਣੇ ਤੋਂ ਸੀਨੀਅਰ ਬੰਦਾ ਹੋਵੇ ਨਾ, ਕਹਿਣ ਦੀ ਹਿੰਮਤ ਨਾ ਪੈਂਦੀ ਆਪਾਂ ਨੂੰ ਵੀ ਇਹਨੂੰ ਕਹਿ ਦਈਏ ਵੀ ਤੁਹਾਡੇ ਮੂੰਹ 'ਤੇ ਮਾੜੀ ਜਿਹੀ ਕੋਈ ਚੀਜ਼ ਲੱਗੀ ਆ, ਵੀ ਇੰਨੀ ਵੀ ਬੰਦਾ ਆਪਣੀ ਜ਼ਰੂਰਤ ਨਹੀਂ ਰੱਖਦਾ ਵੀ ਮੈਂ ਇਹਨੂੰ ਕਹਿ ਦੇਵਾਂ, ਕਿਉਂਕਿ ਮਨ 'ਚ ਹੁੰਦਾ ਵੀ ਜੇ ਇਹਨੂੰ ਮੈਂ ਕਹਤਾ ਕਿਤੇ ਗੁੱਸਾ ਨਾ ਕਰ ਜੇ ਮੇਰਾ। ਵੇਖ ਸਾਰੇ ਲੈਂਦੇ ਆ, ਉਹਨਾਂ 'ਚ ਫਿਰ ਇੱਕ ਉੱਠਦਾ ਵੀ ਇੱਦਾਂ ਇਹਦਾ ਇਸ਼ਾਰਾ ਕਰਦਾ ਵੀ ਤੁਸੀਂ ਮਾੜਾ ਇਹਨੂੰ ਝਾੜ ਲਓ। ਹੁਣ ਉਹ ਹੋ ਸਕਦਾ ਦੱਸਣ ਵਾਲਾ ਸਾਨੂੰ ਉਸ ਵਕਤ ਭੈੜਾ ਲੱਗੇ, ਪਰ ਉਹ ਸਾਨੂੰ ਅਸਲ ਸਵਾਰਨਾ ਚਾਹੁੰਦਾ ਵੀ ਤੂੰ ਬੈਠਾ ਬੰਦਿਆਂ 'ਚ ਇੱਥੇ ਤੇਰੇ ਮਾੜੀ ਜਿਹੀ ਕੋਈ ਚੀਜ਼ ਲੱਗੀ ਹੈ, ਇਹਨੂੰ ਸਾਫ਼ ਕਰ। ਬਹੁਤ ਸਿੰਪਲ ਜੀ ਸਾਦਾ ਜਿਹੀ ਐਗਜ਼ੈਂਪਲ ਦਿੱਤੀ ਮੈਂ ਤੁਹਾਨੂੰ, ਜਿਹੜੀ ਆਪਣੇ ਪਰਿਵਾਰਾਂ 'ਚ ਸਮਾਜ 'ਚ ਰੋਜ਼ ਵਾਪਰਦੀ ਹੈ। ਤੁਸੀਂ ਤਿਆਰ ਹੋਏ, ਕੱਪੜੇ ਤੁਹਾਡੇ ਮਾੜਿਆ ਕੋਈ ਦਾਗ ਲੱਗਾ, ਸਾਰਿਆਂ ਨੇ ਵਾਹ ਵਾਹ ਕਰਤੀ, ਵਾਹ ਵਾਹ ਕਿਆ ਬਾਤ ਹੈ, ਕਮਾਲ ਹੈ, ਬੜਾ ਫੱਬਦਾ ਤੂੰ। ਪਰ ਇੱਕ ਵਿੱਚੋਂ ਕਹਿੰਦਾ ਨਹੀਂ, ਜੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਦਾ ਆ, ਜਾਂ ਤੈਨੂੰ ਕੱਪੜਾ ਇਹ ਚੇਂਜ ਕਰ ਲਾ, ਜੇ ਨਹੀਂ ਕਰਨਾ ਤੈਨੂੰ 1 ਮਿੰਟ ਉਤਾਰ ਕੇ ਮਾੜਾ ਧਵਾ ਲਾ, ਸਾਫ਼ ਕਰ ਲਾ, ਜੇ ਤੂੰ ਇਹੋ ਹੀ ਪਾਉਣੇ ਆ। ਤੇ ਇੱਕ ਸੀ ਨਾ ਜਿਹਨੇ ਸਾਨੂੰ ਕਹਿ ਤਾ, ਹੋ ਸਕਦਾ ਆਪਾਂ ਨੂੰ ਵਕਤੀ ਤੌਰ 'ਤੇ ਬੁਰਾ ਵੀ ਲੱਗੇ ਵੀ ਤੈਨੂੰ ਤਾਂ ਕਦੀ ਪਸੰਦ ਆਉਣਾ ਨਹੀਂ, ਪਰ ਅਸਲ 'ਚ ਤੁਹਾਨੂੰ ਤੁਹਾਡੀ ਖੂਬਸੂਰਤੀ ਚਾਹੁੰਦਾ ਹੈ, ਉਹ ਤੁਹਾਨੂੰ ਸਵਾਰਨਾ ਚਾਹੁੰਦਾ ਹੈ। ਸਾਡੀ ਜ਼ਿੰਦਗੀ 'ਚੋਂ ਕੌਣ ਆ ਭਲਾ? ਸਾਡਾ ਗੁਰੂ। ਗੁਰ ਦਿਖਲਾਈ ਮੋਰੀ। ਮੋਰੀ ਕੀ ਹੁੰਦੀ ਹੈ? ਵੀਕਨੈਸ, ਕਮਜ਼ੋਰੀ। ਪਰਿਵਾਰਾਂ 'ਚ ਵੇਖਿਓ, ਮਾਂ ਟੋਕੇ ਤੇ ਮਾਂ ਨਹੀਂ ਚੰਗੀ, ਪਿਓ ਟੋਕੇ ਤੇ ਪਿਓ ਨਹੀਂ ਚੰਗਾ, ਦਾਦਾ ਟੋਕੇ ਤੇ ਦਾਦਾ ਨਹੀਂ ਚੰਗਾ। ਜਿਹੜਾ ਸਾਨੂੰ ਟੋਕਦਾ ਹੈ, ਜਿਹੜਾ ਸਾਨੂੰ ਸਵਾਰਨ ਦੀ ਕੋਸ਼ਿਸ਼ ਕਰ, ਚੰਗਾ ਲੱਗਦਾ ਹੈ? ਨਹੀਂ ਚੰਗਾ। ਘੁਮਿਆਰ ਜਦੋਂ ਭਾਂਡਾ ਘੜਦਾ ਹੈ, ਇੱਕ ਹੱਥ ਹੱਥੇ ਅੰਦਰ ਰੱਖਦਾ, ਇੱਕ ਬਾਹਰ ਰੱਖਦਾ, ਉਹਦਾ ਧੱਫੇ ਮਾਰਦਾ। ਕਿੱਦਾਂ ਚੱਕਰੀ ਘੁਮਾਉਂਦਾ ਉਸ ਬਰਤਨ ਦੀ, ਜਦੋਂ ਬਰਤਨ ਬਣਦਾ ਕਿੱਦਾਂ ਘੁੰਮਦਾ ਉੱਤੇ। ਕੋਈ ਹੁਣ ਆਣ ਕੇ ਜਾ ਕੇ ਬਰਤਨ ਨੂੰ ਕਹੇ ਕਿ ਤੇਰੀ ਹਾਲਤ ਕੀ ਕੀਤੀ ਵੀ ਘੁਮਿਆਰ ਨੇ, ਕਹਿੰਦਾ ਤੂੰ ਆਪਣੀ ਸਲਾਹ ਆਪਣੇ ਕੋਲ ਰੱਖੋ, ਮੈਨੂੰ ਖੂਬਸੂਰਤ ਬਣਾ ਰਿਹਾ। ਜਿੰਨੇ ਮੈਂ ਧੱਫੇ ਖਾਵਾਂਗਾ ਨਾ ਓਨਾ ਹੀ ਮੈਂ ਖੂਬਸੂਰਤ ਬਣਨਾ, ਅਤੇ ਪਹਿਲੀ ਨਜ਼ਰ ਹੀ ਪੈਣੀ ਮਾਰਕੀਟ 'ਤੇ ਮੈਨੂੰ ਚੱਕ ਕੇ ਲੈ ਜਾਣਾ ਉਹਨੇ। ਨਹੀਂ ਤਾਂ ਮੈਂ ਉਥਲ ਪੁਥਲ ਹੀ ਕਰ। ਹੁਣ ਜਿਹੜੇ ਘੜੇ ਬਰਤਨ ਵਿੰਗੇ ਹੁੰਦੇ ਆ, ਤੁਸੀਂ ਵੇਖਿਆ ਕਿੰਨੀ ਵਾਰੀ ਉਹ ਉਥਲ ਪੁਥਲ ਹੁੰਦੇ, ਅਖੀਰ ਰਹਿ ਜਾਂਦੇ ਦੁਕਾਨਾਂ 'ਤੇ, ਪੈਸਾ ਉਹਨਾਂ ਨੂੰ ਕੁਛ ਖੜਦਾ ਹੀ ਨਹੀਂ। ਇੱਦਾਂ ਹੀ ਜੇ ਗੁਰ ਝਿੜਕਾ ਤਾਂ ਮਿੱਠਾ ਲੱਗਾ। ਤੁਸੀਂ ਪੁਰਾਣੇ ਸਮੇਂ 'ਚ ਵੇਖੋ, ਜਿਨ੍ਹਾਂ ਬੱਚਿਆਂ ਨੂੰ ਆਪਣੇ ਟੀਚਰ ਦੀ ਝਿੜਕ ਮਿੱਠੀ ਲੱਗਦੀ ਸੀ ਨਾ, ਉਹ ਤਰੱਕੀਆਂ ਕਰ ਗਏ, ਕਾਮਯਾਬੀ ਉਹਨਾਂ ਦੇ ਕਦਮ ਚੁੰਮਦੀ ਆ। ਜਿਨ੍ਹਾਂ ਨੂੰ ਆਪਣੇ ਟੀਚਰ ਦੀ, ਜਿਨ੍ਹਾਂ ਨੂੰ ਆਪਣੇ ਮਾਂ ਬਾਪ ਦੀ, ਦਾਦੇ ਦਾਦੀ ਦੀ ਕਹੀ ਹੋਈ ਗੱਲ ਬੁਰੀ ਲੱਗਦੀ ਆ ਨਾ, ਉਹ ਜ਼ਿੰਦਗੀ 'ਚ ਪਛਤਾਉਂਦੇ ਆ। ਇਹ ਗੁਰੂ ਰਾਮਦਾਸ ਦਾ ਵਾਕ ਆ, ਅੱਗੋਂ ਦੇ 7 ਭਾਉ ਨਾ ਦਿਚੈ। ਜਦੋਂ ਮਨ ਦਾ ਮੁਰੀਦ ਦੂਜੇ ਵੱਲੋਂ ਕਹੀ ਹੋਈ ਸਿਆਣੀ ਗੱਲ ਨੂੰ ਸਤਿਕਾਰ ਨਹੀਂ ਦਿੰਦਾ ਅਤੇ ਆਪਣੀ ਮਨ ਮਰਜ਼ੀ ਕਰਦਾ, ਪਿੱਛੋਂ ਦੇ ਆਖਿਆ ਕੰਮ ਨਾ ਆਵੇ, ਮਗਰੋਂ ਪਛਤਾਉਣ ਦਾ ਕੀ ਪਤਾ। ਜੇ ਦਾਦੇ ਨੇ, ਪਿਤਾ ਨੇ ਕੋਈ ਤਜਰਬੇ 'ਚੋਂ ਗੱਲ ਕਹੀ ਹੈ, ਪੁੱਤ ਨਸ਼ਾ ਨਾ ਕਰੀ, ਮਾੜੇ ਕੰਮ ਨਾ ਕਰੀ, ਅਤੇ ਅਸੀਂ ਉਦੋਂ ਕਹਿੰਦੇ ਹਾਂ ਵੀ ਇਹ ਤਾਂ ਮੇਰਾ ਦੁਸ਼ਮਣ ਆ। ਮੰਨ ਲਓ ਸਹੁਰੇ ਨੇ ਜਵਾਈ ਨੂੰ, ਜਵਾਈ ਨੇ ਸਹੁਰੇ ਨੂੰ, ਪਿਤਾ ਨੇ ਪੁੱਤਰ ਨੂੰ, ਪੁੱਤਰ ਨੇ ਪਿਤਾ ਨੂੰ ਕਹਿ ਤਾ ਕਿ ਪੁੱਤਰ ਬੜੀ ਨੇਕ ਕਮਾਈ ਕਰਕੇ ਆਪਾਂ ਇੱਥੋਂ ਤੱਕ ਆਏ ਹਾਂ, ਤੂੰ ਜਿਸ ਅਹੁਦੇ 'ਤੇ ਬੈਠਾ, ਜਿਹੜਾ ਕੰਮ 'ਚ ਬੇਈਮਾਨੀ ਬਿਲਕੁਲ ਨਹੀਂ ਕਰਨੀ, ਹੱਕ ਦੀ ਰੋਟੀ ਖਾਣੀ, ਜਿਹੜੀ ਤੁਹਾਡੀ ਬਣਦੀ ਉਹ ਖਾਣੀ ਹੈ। ਅਤੇ ਬੇਈਮਾਨ ਬੰਦੇ ਨੂੰ ਇਮਾਨਦਾਰੀ ਦੀਆਂ ਗੱਲਾਂ ਕਰਨ ਵਾਲਾ ਵਿਅਕਤੀ ਕਦਾ ਨਹੀਂ ਚੰਗਾ ਲੱਗਦਾ, ਭਾਵੇਂ ਉਹ ਪੁੱਤ ਹੋਵੇ, ਭਾਵੇਂ ਉਹ ਸਾਂਢੂ ਹੋਵੇ, ਭਾਵੇਂ ਉਹ ਸਕਾ ਭੂਆ ਮਾਸੀ ਦਾ ਬੇਟਾ ਹੋਵੇ, ਨਹੀਂ ਚੰਗਾ ਲੱਗਦਾ। ਪਰ ਜਿਹੜਾ ਸਾਡੀ ਝੂਠੀ ਉਦੋਂ ਵਡਿਆਈ ਕਰਦਾ, ਉਹ ਸਾਰੇ ਕਰਦੇ ਆ, ਤੂੰ ਕੋ ਅਲੌਕਰ ਕਰਦਾ। ਜੇ ਕਿਤੇ ਇਹੋ ਉਹਦਾ ਮੇਰੇ ਕੋਲ ਹੁੰਦਾ ਨਾ, ਅਤੇ ਅੱਜ ਮੇਰੀਆਂ 5-7 ਕੋਠੀਆਂ ਹੁੰਦੀਆਂ ਇਸੇ ਸ਼ਹਿਰ 'ਚ। ਆ ਜਿਹੜੇ ਤੂੰ ਪੈਸੇ ਲੋਨ ਚੱਕਦਾ ਫਿਰਦਾ ਨਾ ਬੈਂਕਾਂ ਤੋਂ, ਤੂੰ ਕਰਜ਼ਾਈ ਕੀਤਾ ਹੁੰਦਾ ਅੱਧਾ ਸ਼ਹਿਰ, ਜੇ ਕਿਤੇ ਤੇਰੇ ਉਹਦੇ 'ਤੇ ਮੈਂ ਹੁੰਦਾ। ਇਹੋ ਜਿਹੇ ਬੰਦੇ ਸਾਨੂੰ ਪਤਾ ਲੱਗਦਾ, ਆਹ ਹੈ ਮਿੱਤਰ ਮੇਰਾ, ਆਹ ਮੇਰਾ ਮਿੱਤਰ ਹੈ। ਸੱਚਾਈ ਮਿੱਤਰ ਉਹ ਨਹੀਂ ਆ। ਮਿੱਤਰ ਉਹ ਸੀ ਜਿਹਨੇ ਸਾਨੂੰ ਕਿਹਾ ਨਹੀਂ ਤੇਰੀ ਬਹੁਤ ਵਧੀਆ ਸੈਲਰੀ ਹੈ, ਜੇ ਤੂੰ 70-80 ਹਜ਼ਾਰ ਸੈਲਰੀ ਚੱਕ ਰਿਹਾ, ਲੱਖ ਚੱਕ ਰਿਹਾ, ਤੈਨੂੰ ਪਾਸੇ ਵੇਖਣ ਦੀ ਲੋੜ ਨਹੀਂ, ਸਿਸਟਮ ਬਣਾ ਲਾ, ਵਧੀਆ ਤੇਰਾ ਗੁਜ਼ਾਰਾ ਹੋਣਾ। ਇੱਥੇ ਰਿਕਸ਼ੇ ਵਾਲਾ ਵੀ ਰੋਟੀ ਖਾ ਰਿਹਾ। ਪਰ ਸਾਨੂੰ ਟੋਕਣ ਵਾਲਾ ਬੁਰਾ ਲੱਗਦਾ, ਸਹੀ ਰਸਤੇ ਪਾਉਣ ਵਾਲਾ ਸਾਨੂੰ ਬੁਰਾ ਲੱਗਦਾ, ਜਿਹੜਾ ਸਾਨੂੰ ਗਲਤ ਰਸਤੇ ਜਾਣ ਵਾਲਾ ਉਤਸ਼ਾਹਤ ਕਰਦਾ ਨਾ, ਸਾਨੂੰ ਬੜਾ ਪਿਆਰਾ ਲੱਗਦਾ। ਪਰ ਬਾਣੀਆਂ ਦੀ ਨਾ ਮੁਕਤ ਪਤਾ ਕੌਣ ਹੈ ਅਸਲੀ? ਆਹ ਹੈ ਮੁਕਤੀ ਪਿਆਰਿਓ, ਜਿਹੜੀ ਜਿਉਂਦੇ ਜੀ ਅਸੀਂ ਮੁਕਤ ਹੋਣਾ, ਜਿਹੜੀ ਮਰਨ ਤੋਂ ਬਾਅਦ ਮੁਕਤੀ ਇੱਦਾਂ ਲੈਣੀ ਆ ਵੀ ਜਿਹੜਾ ਇਹ ਕਦਰ ਕਰ ਸਕੇ ਕਿ ਜੇ ਮੈਨੂੰ
ਹੁਣ ਕਈ ਵਾਰੀ ਮਾਂ-ਬਾਪ ਦੇ ਵਿੱਚ ਇੱਦੀਆਂ ਕਮੀਆਂ ਹੁੰਦੀਆਂ ਨੇ ਕਿ ਉਹ ਬੱਚੇ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਰੱਖ ਪਾਉਂਦੇ। ਜੇ ਬਾਪ ਵਿੱਚ ਕਮੀ ਉਹ ਨਹੀਂ ਕੁਝ ਕਹਿ ਪਾਉਂਦਾ, ਮਾਂ 'ਚ ਕਮੀ ਹੈ ਤੇ ਉਹ ਨਹੀਂ ਕਹਿ ਪਾਉਂਦੀ, ਤੇ ਬੱਚੇ ਦਾ ਹਮੇਸ਼ਾ ਝੁਕਾਅ ਉੱਧਰ ਹੋਏਗਾ ਜਿਹੜਾ ਉਹਨੂੰ ਟੋਕਦਾ ਨਹੀਂ, ਭਾਵੇਂ ਉਹ ਮਾਂ ਹੋਵੇ ਤੇ ਭਾਵੇਂ ਬਾਪ ਹੋਵੇ। ਉਹਦਾ ਝੁਕਾਅ ਉੱਧਰ ਹੋਏਗਾ, ਉਹਨੇ ਭੱਜ ਕੇ ਮਾਂ ਕੋਲ ਜਾਣਾ ਜਾਂ ਭੱਜ ਕੇ ਬਾਪ ਕੋਲ ਜਾਣਾ। ਪਤਾ ਵੀ ਹੁੰਦਾ ਵਾ ਵੀ ਇੱਥੇ ਮਾਂ-ਬਾਪ ਗਲਤ ਆ, ਮਾਂ ਗਲਤ ਹੈ ਜਾਂ ਬਾਪ ਗਲਤ ਹੈ, ਇਹਨੇ ਮੈਨੂੰ ਕਹਿਣਾ ਨਹੀਂ, ਇਸ ਕਰਕੇ ਇਹਨਾਂ ਦੀ ਕਮਜ਼ੋਰੀ ਦਾ ਫਾਇਦਾ ਉਠਾਓ। ਉੱਧਰ ਜਾਣਾ ਨਹੀਂ ਕਿਉਂਕਿ ਉਹਨੇ ਮੈਨੂੰ ਟੋਕਣਾ, ਮੈਨੂੰ ਕੁਝ ਕਹਿਣਾ ਹੈ। ਪਰ ਇਹਦੇ ਨਾਲ ਬੱਚਾ ਆਪਣੀ ਜ਼ਿੰਦਗੀ ਦਾ ਨੁਕਸਾਨ ਕਰਾ ਬੈਠਦਾ ਹੈ। ਟੀਚਰਾਂ ਨਾਲ ਵੀ ਐਸਾ ਹੁੰਦਾ, ਸਕੂਲਾਂ ਵਿੱਚ ਐਸਾ ਹੋ ਜਾਂਦਾ, ਅਦਾਰਿਆਂ 'ਚ ਐਸਾ। ਤੁਸੀਂ ਵੇਖੋ ਸੰਸਥਾਵਾਂ 'ਚ ਜਿਹੜਾ ਸਟੂਡੈਂਟ ਨੂੰ ਟੋਕੇਗਾ, ਸਟੂਡੈਂਟ ਨੂੰ ਉਹ ਸਭ ਤੋਂ ਭੈੜਾ ਲੱਗਣਾ। ਆਪਾਂ ਆਪਣੀ ਪੜ੍ਹਾਈ ਵਾਲੇ ਦਿਨ ਚੇਤੇ ਕਰੋ, ਜਿਹੜਾ ਟੀਚਰ ਸਖਤ ਹੁੰਦਾ ਸੀ ਕਲਾਸ ਵਿੱਚ, ਸਕੂਲ ਵਿੱਚ, ਸਟੂਡੈਂਟ ਚਾਹੁੰਦੇ ਸੀ ਨਾ, ਜਿਹੜੇ ਨਹੀਂ ਸੀ ਪੜ੍ਹਨਾ ਚਾਹੁੰਦੇ ਵੀ ਇਹ ਅੱਜ ਨਾ ਹੀ ਆਵੇ, ਛੁੱਟੀ ਕਰ ਜਾਵੇ। ਤੇ ਜਿਹੜੇ ਕੁਝ ਨਹੀਂ ਕਹਿੰਦੇ ਸਾਨੂੰ, ਸਾਡਾ ਜੀ ਕਰਦਾ ਇਹ ਰੋਜ਼ ਆਉਣ। ਭਾਵੇਂ ਉਹ ਮਾੜਾ ਨਹੀਂ, ਜਿਹਨੇ ਟੋਕਣਾ ਝਿੜਕਣਾ ਉਹਨੇ ਕੋਈ, ਉਹ ਮਾੜਾ ਨਹੀਂ ਹੁੰਦਾ, ਉਹ ਹੁੰਦਾ ਉਹ ਸਖਤੀ ਇਸ ਕਰਕੇ ਕਰਦਾ ਵੀ ਤੂੰ ਹੋਮਵਰਕ ਕਿਉਂ ਨਹੀਂ ਕਰਕੇ ਆਇਆ, ਤੂੰ ਪੜ੍ਹ ਕੇ ਕਿਉਂ ਨਹੀਂ ਆਇਆ। ਅੱਜ ਵੀ ਤੁਹਾਨੂੰ ਆਪਣੀ ਜ਼ਿੰਦਗੀ 'ਚ ਐਸੇ ਬਜ਼ੁਰਗ ਮੈਂ ਆਪਣੀ ਜ਼ਿੰਦਗੀ 'ਚ ਵੇਖੇ ਜਿਹੜੇ ਦੱਸਦੇ ਵੀ ਸਾਡੇ ਟੀਚਰ ਸਾਡੀ ਛਿੱਲ ਲਾਹ ਦਿੰਦੇ ਸੀ, ਪਰ ਅਸੀਂ ਅੱਜ ਯਾਦ ਕਰਦੇ ਉਹਨਾਂ ਟੀਚਰਾਂ ਨੂੰ ਕਿ ਤੁਹਾਡੀ ਬਦੌਲਤ ਅੱਜ ਅਸੀਂ ਇੱਥੋਂ ਤੱਕ ਪਹੁੰਚੇ। ਅਸੀਂ ਮਿਹਨਤ ਕੀਤੀ, ਮੁਸ਼ੱਕਤ ਕੀਤੀ, ਤੁਸੀਂ ਸਾਨੂੰ ਰਾਹ ਵਿਖਾਤਾ, ਅਸੀਂ ਤੁਰ ਪਏ ਉਸ ਬੰਨੇ। ਇੱਥੇ ਭਗਤ ਕਬੀਰ ਜੀ ਕਹਿੰਦੇ ਗੁਰ ਦਿਖਲਾਈ ਮੋਰੀ, ਗੁਰੂ ਨੇ ਉਹ ਮੋਰੀ ਵਿਖਾਤੀ, ਉਹ ਵੀਕਨੈਸ ਦੱਸ ਦਿੱਤੀ। ਜਿਤ ਮਿਰਗ ਪੜਤ ਹੈ ਚੋਰੀ, ਜਿੱਧਰ ਦੀ ਮਿਰਗ ਆਉਂਦੇ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਮੂੰਦ ਲਈਏ ਦਰਵਾਜ਼ੇ, ਮੈਂ ਹੁਣ ਦਰਵਾਜ਼ਾ ਤਾਂ ਬੰਦ ਕਰੋਗੇ ਨਾ ਜੇ ਤੁਹਾਨੂੰ ਕੋਈ ਕਮਜ਼ੋਰੀ ਦੱਸੂ। ਜੇ ਤੁਹਾਨੂੰ ਕੋਈ ਦੱਸੂਗਾ, ਤੁਸੀਂ ਜੇ ਗੁੱਸਾ ਕਰ ਲੈਣਾ ਉਸ ਗੱਲ ਦਾ, ਅਗਲਾ ਕਹਿੰਦਾ ਕਰ ਲੈ, ਇਹਨੇ ਗੁੱਸਾ ਕਰਨ ਨੂੰ ਦੱਸੋ ਹੀ ਨਾ। ਬਹੁਤੇ ਬੰਦਿਆਂ ਨੇ ਆਪਣੀ ਜ਼ਿੰਦਗੀ 'ਚ ਨਾ ਤਰੱਕੀ ਇਸੇ ਗੱਲੋਂ ਨਹੀਂ ਕੀਤੀ ਵੀ ਉਹਨਾਂ ਨੇ ਕੋਈ ਉਹਨਾਂ ਨੂੰ ਗੱਲ ਕਹਿਣ ਵਾਲਾ ਰੱਖਿਆ ਹੀ ਨਹੀਂ, ਕੋਈ ਉਹਨਾਂ ਨੂੰ ਇਹ ਕਹਿ ਸਕੇ ਇੱਥੇ ਤੇਰੇ 'ਚ ਗਲਤੀ ਆ। ਬੜੇ ਬੜੇ ਬਾਬਿਆਂ ਦੀ ਕੀ ਪ੍ਰੋਬਲਮ ਹੈ, ਮਾਫ਼ ਕਰਨਾ, ਮੈਂ ਇਹ ਗੱਲ ਕਹਿਣ 'ਚ ਮੈਨੂੰ ਕੋਈ ਹਰਜ ਨਹੀਂ। ਅੱਜ ਜਿੰਨੀ ਗੁਰਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ, ਕੋਈ ਸ਼ਬਦ ਬਾਣੀ ਦੀ ਵਿਚਾਰ ਕਰਦੇ ਹਾਂ, ਭਾਈ ਸੁਖਵਿੰਦਰ ਸਿੰਘ ਦਦੇਰ ਹੈ, ਪ੍ਰਿੰਸੀਪਲ ਹੈ ਗਿਆਨੀ ਗੁਰਬੰਦ ਸਿੰਘ ਪਰਮਾ, ਮੈਨੂੰ ਕੋਈ ਝਿਜਕ ਨਹੀਂ ਹੁੰਦੀ। ਮੈਂ ਜਦੋਂ ਕੋਈ ਸ਼ਬਦ ਨੂੰ ਲੱਗਦਾ ਇੱਥੇ ਕੁੰਡੀ ਫਸ ਗਈ ਹੈ, ਮੈਂ ਉਹਨਾਂ ਨਾਲ ਘੰਟਿਆਂ ਬੱਧੀ ਬੈਠ ਕੇ ਵਿਚਾਰ ਕਰਦਾ ਫੋਨ 'ਤੇ ਵੀ ਆਹ ਸ਼ਬਦ ਕਿੱਦਾਂ ਕਰਨਾ। ਕਿਉਂਕਿ ਤੇ ਜੇ ਮੈਂ ਕੋਈ ਗਲਤ ਬਿਲਕੁਲ ਮਿਸਟੇਕ ਹੋ ਗਈ ਆ ਤੇ ਉਹ ਮੈਨੂੰ ਮੇਰੀ ਟੀਮ ਦੇ ਮੈਂਬਰ ਮੈਨੂੰ ਕਹਿਣ ਦੇ ਵਿੱਚ ਉਹ ਇੱਦਾਂ ਕਹਿ ਲਓ ਵੀ ਉਹਨਾਂ ਨੂੰ ਪਤਾ ਵੀ ਜੇ ਅਸੀਂ ਕਹਿਤਾ ਇਹਨੇ ਗੁੱਸਾ ਨਹੀਂ ਕਰਨਾ, ਵੀ ਆਹ ਗੱਲ ਇੱਦਾਂ ਬੋਲਤੀ ਹੈ, ਇਹਨੂੰ ਥੋੜ੍ਹਾ ਸੁਧਾਰਨਾ, ਆਪਾਂ ਇੱਦਾਂ ਨਹੀਂ ਕਹਿਣਾ, ਆਪਾਂ ਇਹ ਚਾਹੀਦਾ। ਬਾਬਿਆਂ ਦੀ ਕੀ ਪ੍ਰੋਬਲਮ ਭਲਾ, ਜਿਸ ਸਿਰਫ ਮੱਥੇ ਟੇਕਣ ਵਾਲੇ ਰੱਖੇ ਉਹਨਾਂ ਨੇ, ਜਦੋਂ ਸਿਰਫ ਉਹਨਾਂ ਦੀ ਕਾਰ ਦੀ ਬਾਰੀ ਖੋਲ੍ਹਣ ਵਾਲੇ, ਛਤਰੀ ਚੱਕਣ ਵਾਲੇ ਰੱਖੇ ਨੇ। ਉਹਨਾਂ ਰੱਖਿਆ ਨਹੀਂ ਕਿ ਕੋਈ ਉਹਨਾਂ ਨੂੰ ਇੱਥੇ ਕਹਿ ਸਕੇ ਬਾਬਾ ਜੀ ਵੇਖੋ ਹੈਗੇ ਭਾਵੇਂ ਤੁਸੀਂ ਬਾਬੇ ਜਾਂ ਭਾਈ ਸਾਹਿਬ ਜੇ, ਪਰ ਇੱਥੇ ਤੁਸੀਂ ਮਿਸਟੇਕ ਕਰਕੇ ਗੱਲ ਤੁਹਾਨੂੰ ਕਹਿਣੀ ਨਹੀਂ ਸੀ ਚਾਹੀਦੀ। ਉੱਥੇ ਉਹਨਾਂ ਦੀ ਬਾਬੇ ਦੇ ਮੂੰਹ 'ਚ ਮੈਂ ਆਪ ਵੇਖਿਆ ਹੀ ਆ। 4 ਦਿਨ ਪਹਿਲਾਂ ਮੇਰੇ ਕੋਲੋਂ ਜੇ ਮੈਂ ਗੱਲ ਕੋਈ ਕਹੀ ਆ ਤਾਂ ਮੈਨੂੰ ਇਹ ਫੋਨ ਆਇਆ ਵੀ ਵੇਖੋ ਮਹਾਂਪੁਰਖਾਂ ਦੀ ਲੀਲਾ ਜੀ, ਕੌਤਕ ਉਹਨਾਂ ਦੇ ਕਰ ਸਕਦੇ ਹੋ। ਅਤੇ ਜੇ ਉਹ ਕਹਿਣ, ਉਹਨਾਂ ਵੀ ਰੱਖਿਆ ਹੁੰਦਾ ਵੀ ਨਹੀਂ ਬਾਬਾ ਜੀ ਇਸੇ ਗਲਤੀ ਕਰਕੇ ਤੁਹਾਨੂੰ ਇਹ ਗੱਲ ਕਹਿਣੀ ਨਹੀਂ ਸੀ ਚਾਹੀਦੀ। ਤੁਹਾਡੀ ਪ੍ਰਾਈਵੇਸੀ ਆ, ਤੁਸੀਂ ਆਪਣੀ ਪਰਸਨਲ ਗੱਲ ਜੋ ਮਰਜ਼ੀ ਆਪਣੇ ਘਰਾਂ 'ਚ ਕਰੋ, ਪਰ ਤੁਸੀਂ ਸੰਗਤ ਵਿੱਚ ਸਿੱਖ ਰਹਿਤ ਮਰਿਆਦਾ ਵਿੱਚ ਇਹ ਗੱਲਾਂ ਲਿਖੀਆਂ ਨੇ ਵੀ ਸੰਗਤ ਵਿੱਚ ਕੀਰਤਨ ਪਾਠ ਕਥਾ ਸਿੱਖ ਕਰੇ। ਉਹਦਾ ਮਤਲਬ ਕੀ ਸੀ ਵੀ ਸੰਗਤ ਵਿੱਚ ਕਈ ਗੱਲ ਦਾ ਅਸਰ ਹੁੰਦਾ, ਕੋਈ ਗੱਲ ਦਾ ਅਸਰ ਹੁੰਦਾ। ਉੱਥੇ ਗੱਲ ਤੁਸੀਂ ਕਿੱਦਾਂ ਬਣੀ। ਇੱਕ ਗਾਇਕ ਬੰਦਾ ਆਣ ਕੇ ਕੋਈ ਗੱਲ ਤੁਹਾਡੀ ਸੰਗਤ ਵਿੱਚ ਗੱਲ ਬੋਲੇ, ਕਿੱਦਾਂ ਆਪਾਂ ਪਿੱਟ ਸਿਆਪਾ ਪਾਉਂਦੇ ਵੀ ਇਹਨੂੰ ਬੋਲਣ ਦਾ ਅਧਿਕਾਰ ਨਹੀਂ, ਅਥਾਰਟੀ ਨਹੀਂ ਜੀ ਇਹਨੂੰ। ਆਪਣੀ ਜ਼ਿੰਦਗੀ ਵਿੱਚ ਮੈਂ ਪਰਿਵਾਰਾਂ ਦੀ ਗੱਲ ਵੀ ਕਰਦਾ, ਤੁਸੀਂ ਪਰਿਵਾਰਾਂ 'ਚ ਵੀ ਕੋਈ ਇੱਦਾਂ ਦਾ ਜੀ ਰੱਖੋ। ਮੈਂ ਕਹਿੰਦਾ ਨੂੰਹ ਇੱਦਾਂ ਦੀ ਤਿਆਰੀ ਕਰਕੇ ਸਹੁਰੇ ਘਰ ਜਾਵੇ ਕਿ ਜੇ ਮੈਨੂੰ ਮੇਰੀ ਸੱਸ ਨੇ ਇਹ ਗੱਲ ਕਹਿਤੀ ਨਾ ਵੀ ਤੇਰੇ 'ਚ ਕਮੀ ਹੈ ਤਾਂ ਮੈਂ ਸੁਧਾਰਨੀ ਆ, ਅਤੇ ਸੱਸ ਇਹ ਤਿਆਰੀ ਕਰੇ ਕਿ ਜੇ ਪੜ੍ਹੀ ਲਿਖੀ ਨੂੰਹ ਘਰ ਆ ਗਈ, ਉਹਨੇ ਕਹਿਤਾ ਵੀ ਮੰਮੀ ਜੀ ਵੀ ਇੱਥੇ ਥੋੜ੍ਹੀ ਤੁਸੀਂ ਮਿਸਟੇਕ ਕਰ ਗਏ, ਅਤੇ ਮੈਂ ਵੀ ਤੁਸੀਂ ਵੇਖੋ ਕਈਆਂ 'ਚ ਇੰਨਾ ਪਿਆਰ ਹੁੰਦਾ, ਪਤਾ ਵੀ ਨਹੀਂ ਲੱਗਦਾ ਵੀ ਨੂੰਹ ਸੱਸ ਆ ਕਿ ਇਹ ਮਾਂ ਬੇਟੀ ਆ। ਅਤੇ ਗੁੱਸਾ ਨਾ ਮਨਾਇਓ, ਕਈਆਂ ਦਾ ਮਾਵਾਂ ਧੀਆਂ ਦਾ ਨਹੀਂ ਬਣਦਾ, ਪਿਆਰ ਨਹੀਂ ਬਣ ਪਾਉਂਦਾ। ਮਾਂ 'ਚ ਇੰਨੀ ਹਿੰਮਤ ਨਹੀਂ ਵੀ ਉਹ ਧੀ ਨੂੰ ਕੁਝ ਕਹਿ ਸਕੇ, ਅਤੇ ਧੀ 'ਚ ਹਿੰਮਤ ਨਹੀਂ ਉਹ ਮਾਂ ਨੂੰ ਕਹਿ ਸਕੇ। ਕਈਆਂ 'ਚ ਕਈ ਪਤੀ ਪਤਨੀਆਂ 'ਚ ਇਹ ਪ੍ਰੋਬਲਮ ਆ ਵੀ ਪਤੀ 'ਚ ਹਿੰਮਤ ਨਹੀਂ ਵੀ ਪਤਨੀ ਨੂੰ ਇੱਥੇ ਕਹਿ ਸਕੇ ਤੂੰ ਗਲਤ ਆ, ਅਤੇ ਪਤਨੀ 'ਚ ਹਿੰਮਤ ਨਹੀਂ ਵੀ ਉਹ ਪਤੀ ਨੂੰ ਕਹਿ ਸਕੇ। ਪਰ ਹੋਣਾ ਚਾਹੀਦਾ, ਮੈਂ ਕਹਿੰਦਾ ਸੱਸ ਸਹੁਰੇ 'ਚ ਵੀ ਹੋਣਾ ਚਾਹੀਦਾ ਵੀ ਨੂੰਹ ਹੀ ਸਹੁਰੇ ਨੂੰ ਕਹਿ ਸਕੇ ਵੀ ਇੱਥੇ ਪਾਪਾ ਜੀ ਤੁਸੀਂ ਗਲਤ ਸੀ, ਜਾਂ ਬੀਬੀ ਜੀ ਮੰਮੀ ਜੀ ਤੁਸੀਂ ਇੱਥੇ ਗਲਤ ਸੀ, ਜਾਂ ਸਹੁਰਾ ਕਹਿ ਸਕੇ ਕਿ ਪੁੱਤਰ ਠੀਕ ਹੈ ਤੁਸੀਂ ਪੜ੍ਹੀਆਂ ਲਿਖੀਆਂ ਜੇ ਪਰ ਇੱਥੇ ਮਿਸਟੇਕ ਕਰਕੇ ਤੁਸੀਂ। ਇਹਦੇ ਨਾਲ ਫਾਇਦਾ ਹੁੰਦਾ, ਨੁਕਸਾਨ ਕਦੀ ਨਹੀਂ ਹੁੰਦਾ। ਜ਼ਿਆਦਾ ਨਾ ਰੱਖੋ, ਪਰ ਇੱਕ ਦੋ ਆਪਣੀ ਜ਼ਿੰਦਗੀ 'ਚ ਇੱਦਾਂ ਦੇ ਰੱਖੋ ਜਿਹੜੇ ਤੁਹਾਨੂੰ, ਜਿਹਨੂੰ ਪੰਜਾਬੀ 'ਚ ਕਹੇ ਸੀਸਾ ਵਿਖਾ ਸਕਣ। ਨਹੀਂ ਤਾਂ ਫਿਰ ਕੀ ਹੋਏਗਾ, ਅਸੀਂ ਝੂਠਿਆਂ ਦੀ ਉਸਤਤ ਕਰੀ ਜਾਣੀ ਆ ਅਤੇ ਚੰਗਿਆਂ ਨੂੰ ਨਿੰਦੀ ਜਾਣਾ। ਅਸੀਂ
ਸੋਨੇ ਨੂੰ ਸੋਨਾ ਨਹੀਂ ਸਮਝ ਪਾਉਣਾ ਸੀ ਤੇ ਲੋਹੇ ਨੂੰ ਲੋਹਾ ਨਹੀਂ ਸਮਝ ਪਾਉਣਾ, ਤੇ ਅਸੀਂ ਕਦੀ ਵੀ ਬੁਰਾਈ ਤੋਂ ਮੁਕਤ ਨਹੀਂ ਜੀ ਹੋ ਸਕਦੇ। ਇਸ ਸ਼ਲੋਕ ਦਾ ਅਰਥ ਇਹ ਹੈ। ਝੂਠੀ ਉਸਤਤ, ਫੋਕੀ ਵਡਿਆਈ ਤੇ ਕੋਲੋਂ ਗੱਲਾਂ ਬਣਾ ਕੇ ਕਿਸੇ ਦੀ ਨਿੰਦਿਆ ਕਰਨੀ ਜਿਹਦੇ ਕੋਲ ਨਹੀਂ ਹੈਗੀ। ਕੰਚਨ ਲੋ ਸਮਾਨ, ਜਿਹੜਾ ਲੋਹੇ ਨੂੰ ਲੋਹਾ ਸਮਝਦਾ ਤੇ ਕੰਚਨ ਨੂੰ ਕੰਚਨ ਸਮਝਦਾ, ਬੁਰਾਈ ਨੂੰ ਬੁਰਾਈ ਸਮਝਦਾ, ਚੰਗਿਆਈ ਨੂੰ ਚੰਗਿਆਈ ਸਮਝਦਾ। ਕਹੋ ਨਾਨਕ ਸੁਣ ਰੇ ਮਨਾ, ਹੇ ਨਾਨਕ ਆਖ ਹੇ ਮਨਾ ਧਿਆਨ ਨਾਲ ਗੱਲ ਸੁਣ, ਮੁਕਤ ਤਾਹੇ ਤੈਂ ਜਾਣ। ਇਹੋ ਜਿਹੇ ਨੂੰ ਤੁਸੀਂ ਮੁਕਤ ਮੰਨੋ ਵੀ ਵਾਕਿਆ ਉਹ ਮੁਕਤ ਹੋ ਗਿਆ। ਕਿਤੋਂ ਮੁਕਤ ਹੋ ਗਿਆ? ਆਹ ਜਿਹੜੀ ਆਪਾਂ ਗੱਲਾਂ ਵੀ ਉਹ ਇਹਨਾਂ ਬੁਰਾਈਆਂ ਤੋਂ, ਇਹਨਾਂ ਔਗੁਣਾਂ ਤੋਂ ਉਹਨੇ ਸਦਾ ਵਾਸਤੇ ਖਹਿੜਾ ਛਡਾ ਲਿਆ। ਗੁਰੂ ਬਖਸ਼ਿਸ਼ ਕਰੇ। 1427 ਨੰਬਰ ਅੰਕ 'ਤੇ ਪਾਵਨ ਸ਼ਲੋਕ ਹੈ। ਕੋਸ਼ਿਸ਼ ਕਰੋ ਸਾਧ ਸੰਗਤ ਜੀ, ਕੱਲਾ ਕੱਲਾ ਸ਼ਲੋਕ ਬੜੇ ਧਿਆਨ ਨਾਲ ਸੁਣੋ, ਸਮਝੋ, ਪੜ੍ਹੋ ਤੇ ਵਿਚਾਰੋ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।